ਵਾਹਿਗੁਰੂ ਸਾਹਿਬ ਜੀ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁਖ ਹਰੋ। ਹੇ ਸ਼ਰਨ ਜੋਗ ਦਇਆਲ ਹੈ, ਦੀਨਾਨਾਥ ਮਇਆ ਕਰੋ। ਸ਼ਰੀਰ ਸੁਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਜਿਉ ਬੋਲਾਵੈਂ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਪਤਿਤ ਪਾਵਨ ਕਿਰਪਾ ਨਿਧਾਨ ਅਨਾਥਾਂ ਦੇ ਨਾਥ, ਜੁਗੋ ਜੁਗ ਅਟਲ ਸ਼ਬਦ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਵਡਭਾਗੇ ਹੋ। ਧੰਨ ਧੰਨ ਸਤਿਗੁਰੂ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਨਾਲ ਜੁੜ ਕਰਕੇ ਆਪਣੇ ਆਤਮਿਕ ਜੀਵਨ ਨੂੰ ਉੱਚਾ ਪਈ ਕਰਦੇ ਹੋ। ਆਓ ਗੁਰਮਤਿ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ 'ਚ ਵਿਚਾਰ ਅਧੀਨ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੌੜੀ ਪੂਰਵੀ ਰਾਗ ਦੇ ਅੰਦਰ ਹੈ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਗੌੜੀ ਰਾਗ ਜਿਹੜਾ ਹੈ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਤੀਜਾ ਰਾਗ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਵਿੱਚੋਂ ਇਹ ਰਾਗ ਸਭ ਤੋਂ ਵੱਡਾ ਹੈ। ਸਤਿਗੁਰੂ ਪਾਤਸ਼ਾਹ ਨੇ ਗੌੜੀ ਰਾਗ ਦੇ ਨਾਲ ਦੂਜੇ ਵੀ ਰਾਗ ਨਾਲ ਰਲਾਏ ਨੇ। ਜਿਵੇਂ ਅਸੀਂ ਪੜ੍ਹਦੇ ਹਾਂ, ਗੌੜੀ ਗਵਾਰੇਰੀ, ਗੌੜੀ ਬੈਰਾਗਣ, ਗੌੜੀ ਚੇਤੀ, ਗੌੜੀ ਦੀਪਕੀ, ਗੌੜੀ ਪੂਰਵੀ, ਗੌੜੀ ਦੱਖਣੀ। ਅੱਜ ਦਾ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ, ਇਹ ਗੌੜੀ ਪੂਰਵੀ ਰਾਗ ਦੇ ਅੰਦਰ ਹੈ, ਜਿਸ ਦਾ ਮੂਲ ਪਾਠ ਆਪ ਜੀਆਂ ਨੇ ਅਤ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਮਾਨ ਸਿੰਘ ਜੀ ਤੋਂ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਾਹੋ ਦੇ ਪਦੇ ਵਿੱਚ ਸਾਨੂੰ ਸਮਝਾਉਂਦੇ ਨੇ, ਆਪਣੇ ਹਰ ਪ੍ਰਭ ਕੀ ਹਉ ਗੋਲੀ,
ਮੈਂ ਆਪਣੇ ਪ੍ਰਮਾਤਮਾ ਦੀ ਗੋਲੀ ਬਣ ਗਈ ਆ, ਮੈਂ ਆਪਣੇ ਪ੍ਰਮਾਤਮਾ ਦੀ ਦਾਸੀ ਬਣ ਗਈ। ਸਾਧ ਸੰਗਤ, ਜਦੋਂ ਗੋਲੀ, ਗੋਲਾ ਜਾਂ ਗੁਲਾਮ ਸ਼ਬਦ ਨਾ ਸਾਡੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਇਸ ਦਾ ਬਹੁਤਾ ਸਤਿਕਾਰ ਨਹੀਂ ਜੇ ਕਰਦੇ, ਸਨਮਾਨ ਨਹੀਂ ਕਰਦੇ ਆ, ਕਿਉਂਕਿ ਗੁਲਾਮ ਸ਼ਬਦ ਸਾਡੀਆਂ ਨਜ਼ਰਾਂ ਵਿੱਚ ਅਤ ਦਾ ਨੀਵਾਂ ਹੈ, ਅਤ ਦਾ ਜ਼ਲੀਲ ਹੈ। ਔਰ ਸੱਚਾਈ ਵੀ ਹੈ ਕਿ ਦੁਨੀਆ ਦੇ ਲੋਕਾਂ ਨੇ ਗੁਲਾਮਾਂ ਤੋਂ ਸਾਰੇ ਕੰਮ ਕਰਾਏ, ਔਰ ਸਾਰੇ ਕੰਮ ਕਰਾਉਣ ਦੇ ਬਾਵਜੂਦ ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਲੀਲ ਕੀਤਾ, ਇਹਨਾਂ ਦਾ ਨਿਰਾਦਰ ਕੀਤਾ, ਇਹਨਾਂ ਦਾ ਤਿਰਸਕਾਰ ਕੀਤਾ। ਇਸ ਕਰਕੇ ਜਦੋਂ ਸਾਡੇ ਸਾਹਮਣੇ ਗੁਲਾਮ ਜਾਂ ਗੋਲਾ ਜਾਂ ਗੋਲੀ ਸ਼ਬਦ ਆਉਂਦੇ ਨਾ ਤਾਂ ਅਸੀਂ ਬਹੁਤਾ ਸਨਮਾਨ ਨਹੀਂ ਜੇ ਕਰਦੇ ਹਾਂ। ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਜਿਹੜਾ ਮਨੁੱਖ ਬੰਦਿਆਂ ਦਾ ਗੁਲਾਮ ਬਣੇਗਾ ਨਾ, ਉਸ ਨੂੰ ਥਾਂ ਥਾਂ ਤੇ ਜ਼ਲੀਲ ਕੀਤਾ ਜਾਏਗਾ। ਪਰ ਜਿਹੜਾ ਬੰਦਾ ਪਰਮਾਤਮਾ ਦਾ ਗੁਲਾਮ ਬਣ ਗਿਆ, ਪਰਮਾਤਮਾ ਦਾ ਗੋਲਾ ਬਣ ਗਿਆ, ਗੁਰੂ ਪਿਆਰਿਓ, ਉਸ ਨੂੰ ਥਾਂ ਥਾਂ ਤੇ ਆਦਰ ਦਿੱਤਾ ਜਾਏਗਾ, ਥਾਂ ਥਾਂ ਉਸ ਦਾ ਸਨਮਾਨ ਹੋਵੇਗਾ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਗੁਲਾਮ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਮਹਾਨ ਕੋਸ਼ ਦੇ ਅੰਦਰ ਇਹ ਲਿਖਿਆ ਹੈ ਕਿ ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਖਰੀਦੇ ਹੋਏ ਸੇਵਕ ਨੂੰ ਗੁਲਾਮ ਆਖਿਆ ਜਾਂਦਾ ਸੀ, ਗੋਲਾ ਆਖਿਆ ਜਾਂਦਾ ਸੀ। ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਹੁੰਦੀ, ਉਹ ਮਾਲਕ ਦੇ ਪੂਰਨ ਅਧੀਨ ਹੁੰਦਾ ਸੀ। ਜੋ ਮਾਲਕ ਨੇ ਕਹਿਣਾ ਉਹੀ ਗੁਲਾਮ ਨੇ ਕਰਨਾ, ਜੋ ਮਾਲਕ ਨੇ ਦੇਣਾ ਉਹੀ ਗੁਲਾਮ ਨੇ ਪਾਣਾ, ਉਹੀ ਖਾਣਾ, ਉਸ ਦੀ ਮਰਜ਼ੀ ਵਿੱਚ ਤੁਰਨਾ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਿਦਾਇਤ ਦਿੱਤੀ ਹੈ ਕਿ ਭਾਈ, ਦੁਨੀਆ ਦੀ ਗੁਲਾਮੀ ਛੱਡ ਕੇ ਤੂੰ ਪਰਮਾਤਮਾ ਦਾ ਗੁਲਾਮ ਬਣ। ਕਿਉਂਕਿ ਜਦੋਂ ਅਸੀਂ ਦੁਨੀਆ ਦੀ ਗੁਲਾਮੀ ਛੱਡਾਂਗੇ ਤੇ ਪ੍ਰਮਾਤਮਾ ਦੀ ਮਰਜ਼ੀ ਵਿੱਚ ਤੁਰਾਂਗੇ ਤੇ ਪ੍ਰਮਾਤਮਾ ਸਾਡੇ ਜੀਵਨ ਨੂੰ ਸਫਲਾ ਕਰ ਦੇਗਾ, ਇਸ ਜੀਵਨ ਨੂੰ, ਇਸ ਦੇਹ ਨੂੰ ਪ੍ਰਵਾਨ ਕਰ ਲਏਗਾ। ਮੈਂ ਇੱਕ ਸ਼ਬਦ ਭਗਤ ਕਬੀਰ ਜੀ ਦਾ ਆਪ ਜੀ ਦੇ ਸਨਮੁਖ ਰੱਖਾਂ। ਗੌੜੀ ਰਾਗ ਵਿੱਚ ਪਾਵਨ ਪਵਿੱਤਰ ਸ਼ਬਦ ਹੈ ਭਗਤ ਕਬੀਰ ਜੀ ਦਾ। ਕਬੀਰ ਸਾਹਿਬ ਕਹਿੰਦੇ ਨੇ, ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ। ਹੇ ਪ੍ਰਮਾਤਮਾ, ਤੇਰਾ ਜਿਹੜਾ ਹੁਕਮ ਹੈ ਉਹ ਮੇਰੇ ਸਿਰ ਮੱਥੇ, ਤੇ ਤੇਰੇ ਹੁਕਮ ਤੋਂ ਮੈਂ ਨਾ ਨੁੱਕਰ ਨਹੀਂ ਜੇ ਕਰਦਾ। ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆਂ ਤੁਝੈ ਤੇ ਨਿਸਤਾਰ। ਹੇ ਪ੍ਰਮਾਤਮਾ, ਤੂੰ ਹੀ ਸੰਸਾਰ ਸਮੁੰਦਰ ਹੈ ਤੇ ਤੂੰ ਹੀ ਕਰੀਆ। ਕਰੀਆ ਦਾ ਅਰਥ ਹੁੰਦਾ ਮਲਹ। ਤੂੰ ਹੀ ਸਮੁੰਦਰ ਹੈ ਤੇ ਤੂੰ ਹੀ ਇਸ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ। ਤੁਝੈ ਤੇ ਨਿਸਤਾਰ। ਮੈਂ ਤਾਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਤੂੰ ਹੀ ਮੈਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਸਕਦਾ ਹੈ। ਬੰਦੇ ਬੰਦਗੀ ਇਖਤਿਆਰ। ਇਹ ਬੰਦਿਆ, ਤੂੰ ਬੰਦੀ ਇਖਤਿਆਰ ਕਰ, ਭਾਵ ਕਿ ਪਰਮਾਤਮਾ ਦੀ ਬੰਦਗੀ ਕਬੂਲ ਕਰ। ਸਾਧ ਸੰਗਤ, ਬੰਦਾ ਸੰਸਾਰ ਵਿੱਚ ਆਇਆ ਤੇ ਆਇਆ ਕਿਸ ਵਾਸਤੇ? ਪਰਮਾਤਮਾ ਦੀ ਬੰਦਗੀ ਕਰਨ ਵਾਸਤੇ। ਸਤਿਗੁਰੂ ਨੇ ਆਖ ਦਿੱਤਾ, ਬੰਦਾ ਜਿਹੜਾ ਨਾ ਉਹ ਬੰਦਗੀ ਪਕੜੇ। ਬੰਦੋ ਹੋਏ ਬੰਦਗੀ ਗਹਿ। ਬੰਦਾ ਕੌਣ ਹੈ? ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਬੰਦਗੀ ਨੂੰ ਪਕੜਦਾ ਹੈ। ਸਤਿਗੁਰੂ ਨੇ ਆਖਿਆ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਬੰਦਾ ਕੌਣ ਹੈ ਜੀ? ਪਰਮਾਤਮਾ ਆਪਣੇ ਹੁਕਮ ਵਿੱਚ, ਆਪਣੀ ਰਜ਼ਾ ਵਿੱਚ ਜਿਸ ਮਨੁੱਖ ਕੋਲੋਂ ਆਪਣੀ ਬੰਦਗੀ ਕਰਾਉਂਦਾ ਨਾ, ਅਸੀਂ ਉਸ ਨੂੰ ਬੰਦਾ ਆਖ ਸਕਦੇ ਹਾਂ, ਉਹੀ ਬੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ, ਭਾਈ ਨੰਦ ਲਾਲ ਸਾਹਿਬ ਜੀ, ਬੰਦੇ ਦੀ ਕੀ ਨਿਸ਼ਾਨੀ ਹੈ? ਅਸੀਂ ਪੁੱਛਦੇ ਹਾਂ ਨਾ, ਫਲਾਣੀ ਥਾਂ ਦੀ ਕੀ ਨਿਸ਼ਾਨੀ ਹੈ, ਫਲਾਣੇ ਬੰਦੇ ਦੀ ਕੀ ਨਿਸ਼ਾਨੀ ਹੈ, ਕਿਵੇਂ ਦਾ ਰੰਗ ਹੈ, ਕਿਵੇਂ ਦਾ ਕੱਦ ਹੈ, ਕਿਵੇਂ ਦੀ ਚਾਲ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਬੰਦੇ ਦੀ ਜਿਹੜੀ ਨਿਸ਼ਾਨੀ ਹੈ, ਇੱਕੋ ਨਿਸ਼ਾਨੀ ਕਿ ਬੰਦਾ ਉਹ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰੇ। ਤੇ ਦੂਜੀ ਗੱਲ, ਬੰਦੇ ਦਾ ਦੁਨੀਆ ਦੇ ਅੰਦਰ ਕਮਾਲ ਵੀ ਇੱਕੋ ਹੈ। ਅਸੀਂ ਕਹਿੰਦੇ ਨੇ ਜੀ ਕਮਾਲ ਕਰ ਦਿੱਤਾ। ਬੰਦੇ ਦਾ ਕਮਾਲ ਕੀ ਹੈ?
ਭਾਈ ਨੰਦਲਾਲ ਸਾਹਿਬ ਕਹਿੰਦੇ ਨੇ ਬੰਦੇ ਦਾ ਇੱਕੋ ਇੱਕ ਕਮਾਲ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ। ਬੰਦਗੀ ਬਾਸ਼ਦ ਕਮਾਲ ਬੰਦਗੀ, ਬੰਦਗੀ ਬਾਸ਼ਦ ਨਿਸ਼ਾਨ ਜ਼ਿੰਦਗੀ। ਬੰਦੇ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ। ਅੱਗੇ ਭਾਈ ਸਾਹਿਬ ਜੀ ਨੇ ਕਹਿ ਦਿੱਤਾ, ਈ ਵਜੂਦ ਖਾਕ। ਵਜੂਦ ਫਾਰਸੀ ਦੇ ਅੰਦਰ ਕਹਿੰਦੇ ਨੇ ਸਰੀਰ ਨੂੰ, ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਇਹ ਖਾਕ ਤੋਂ ਬਣਿਆ ਹੈ, ਮਿੱਟੀ ਦੇ ਅੰਦਰ ਬਣਿਆ ਹੈ। ਇਹ ਮਿੱਟੀ ਦੀ ਪੈਦਾਇਸ਼ ਹੈ, ਮਿੱਟੀ ਤੋਂ ਪੈਦਾ ਹੋਇਆ ਹੈ, ਮਿੱਟੀ ਦਾ ਪੁਤਲਾ ਹੈ। ਭਾਈ ਨੰਦਲਾਲ ਸਾਹਿਬ ਕਹਿੰਦੇ ਨੇ ਈ ਵਜੂਦ ਖਾਕ। ਇਹ ਜਿਹੜਾ ਸਰੀਰ ਹੈ ਨਾ ਇਹ ਮਿੱਟੀ ਤੋਂ ਬਣਿਆ, ਪਰ ਇਹ ਬੜਾ ਪਾਕ ਪਵਿੱਤਰ ਵੀ ਹੋ ਸਕਦਾ ਹੈ। ਕਿਵੇਂ? ਬੰਦਗੀ ਅਸਤ। ਜਦੋਂ ਅਸੀਂ ਸਰੀਰ ਦੇ ਰਾਹੀਂ ਪਰਮਾਤਮਾ ਦੀ ਬੰਦ, ਪਰ ਭਾਈ ਨੰਦਲਾਲ ਸਾਹਿਬ ਕਹਿਣ ਲੱਗੇ ਜੇ ਪਰਮਾਤਮਾ ਦੀ ਬੰਦਗੀ ਛੱਡ ਕੇ ਦੂਜੇ ਕਰਮ ਕਾਂਡਾਂ ਵਿੱਚ ਜੁੜ ਜਾਏ, ਪਰਮਾਤਮਾ ਦਾ ਨਾਮ ਛੱਡ ਕੇ ਧਰਮ ਦੇ ਨਾਮ ਦੇ ਉੱਤੇ ਹੋਰ ਕਰਮ ਕਾਂਡ ਕਰਨ ਲੱਗੇ ਨਾ, ਫਿਰ ਇਸ ਦੇ ਉੱਤੇ ਬੜੀ ਸ਼ਰਮਿੰਦਗੀ ਵੀ ਹੈ। ਸਾਧ ਸੰਗਤ, ਬੰਦਗੀ ਤੋਂ ਸ਼ਬਦ ਬਣਿਆ ਹੈ ਬੰਦਾ। ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਬੰਦਾ। ਜਿਵੇਂ ਨੌਕਰੀ ਕਰਨ ਵਾਲੇ ਨੂੰ ਕਹਿੰਦੇ ਆ ਨੌਕਰ, ਵਿਆਪਾਰ ਕਰਨ ਵਾਲੇ ਨੂੰ ਕਹਿੰਦੇ ਆ ਵਿਆਪਾਰੀ, ਵਿਦਿਆ ਪੜ੍ਹਨ ਵਾਲੇ ਨੂੰ ਕਹਿੰਦੇ ਆ ਵਿਦਿਆਰਥੀ। ਬਿਲਕੁਲ ਇਵੇਂ ਹੀ ਬੰਦਗੀ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ ਬੰਦਾ। ਪਰ ਸਾਡੀ ਬਦਕਿਸਮਤੀ, ਅੱਜ ਬੰਦੇ ਨੂੰ ਵਾਰ-ਵਾਰ ਚੇਤੇ ਕਰਾਉਣਾ ਪੈਂਦਾ ਕਿ ਸਜਣਾ ਤੂੰ ਪਰਮਾਤਮਾ ਦੀ ਬੰਦਗੀ ਕਰ, ਤੂੰ ਪਰਮਾਤਮਾ ਦਾ ਸਿਮਰਨ ਕਰ। ਪਰ ਫਿਰ ਵੀ ਬੰਦਾ ਪਰਮਾਤਮਾ ਦੇ ਸਿਮਰਨ ਵਿੱਚ ਨਹੀਂ ਜੁੜਦਾ, ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੇ ਜੁੜਦਾ। ਖਿਆਲ ਕਰਿਓ, ਕਿਸੇ ਰੱਬੀ ਪੁਰਸ਼ ਨੇ, ਕਿਸੇ ਗੁਰਮੁਖ ਨੇ ਕਿਸੇ ਜਾਨਵਰ ਨੂੰ ਸੁਚੇਤ ਨਹੀਂ ਕੀਤਾ ਕਿ ਸਜਣਾ ਤੂੰ ਬੰਦਾ ਬਣ। ਕਿਸੇ ਜੀਵ ਜੰਤੂ ਨੂੰ ਨਹੀਂ ਆਖਿਆ ਕਿ ਤੂੰ ਬੰਦਾ ਬਣ। ਇਸ ਬੰਦੇ ਨੂੰ ਵਾਰ-ਵਾਰ ਆਖਿਆ ਜਾਂਦਾ ਤੂੰ ਬੰਦਾ ਬਣ ਜਾ, ਕਿਉਂਕਿ ਸਰੀਰ ਇਸ ਦਾ ਜ਼ਰੂਰ ਬੰਦਿਆਂ ਵਾਲਾ ਹੈ, ਪਰ ਖਿਆਲ ਕਰਿਓ ਕਰਮ ਇਸ ਦੇ ਬੰਦਿਆਂ ਵਾਲੇ ਨਹੀਂ। ਦੇਹੀ ਜਿਹੜੀ ਹੈ ਮਨੁੱਖਾਂ ਵਾਲੀ ਇਸ ਨੇ ਪ੍ਰਾਪਤ ਕਰ ਲਈ, ਪਰ ਇਸ ਦੇ ਕਰਮ ਜਿਹੜੇ ਨੇ ਨਾ ਉਹ ਜਾਨਵਰਾਂ ਵਾਲੇ ਨੇ, ਪਸ਼ੂਆਂ ਵਾਲੇ ਨੇ। ਤਾਂ ਹੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖੀ ਜਾਤ, ਮਨੁੱਖਾ ਸਰੀਰ ਜ਼ਰੂਰ ਪ੍ਰਾਪਤ ਹੋ ਗਿਆ, ਪਰ ਗੁਰੂ ਪਿਆਰਿਓ ਇਸ ਦੀਆਂ ਜਿਹੜੀਆਂ ਕਰਤੂਤਾਂ ਨੇ, ਇਸ ਦੇ ਜਿਹੜੇ ਕਰਮ ਨੇ ਨਾ ਉਹ ਪਸ਼ੂਆਂ ਵਾਲੇ ਹਨ। ਕਬੀਰ ਸਾਹਿਬ ਕਹਿੰਦੇ ਨੇ ਬੰਦੇ ਬੰਦਗੀ ਇਖਤਿਆਰ। ਹੇ ਬੰਦਿਆ ਤੂੰ ਪਰਮਾਤਮਾ ਦੀ ਬੰਦਗੀ ਕਰ, ਸਾਹਿਬ ਰੋਸ ਧਰੋ ਕੇ ਪਿਆਰ। ਪਰਮਾਤਮਾ ਭਾਵੇਂ ਗੁੱਸਾ ਕਰੇ, ਗਿਲਾ ਕਰੇ, ਭਾਵੇਂ ਤੇਰੇ ਨਾਲ ਪਿਆਰ ਕਰੇ, ਪਰ ਕਦੇ ਵੀ ਪਰਮਾਤਮਾ ਦੀ ਬੰਦਗੀ ਤੋਂ ਵਾਂਝਾ ਨਾ ਹੋ ਜੀ, ਪਰਮਾਤਮਾ ਦੀ ਬੰਦਗੀ ਨਾ ਛੱਡੀ। ਉਹ ਅੱਗੇ ਆਖਦੇ ਨੇ, ਸੱਚਾ ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਹੇ ਪਰਮਾਤਮਾ ਤੇਰਾ ਨਾਮ ਜਿਹੜਾ ਮੇਰੀ ਜ਼ਿੰਦਗੀ ਦਾ ਆਸਰਾ ਹੈ। ਕਿਵੇਂ? ਜਿਉ ਫੂਲ ਜਈ ਹੈ ਨਾਰ। ਜਿਵੇਂ ਇੱਕ ਫੁੱਲ ਦਾ ਆਸਰਾ ਪਾਣੀ ਹੁੰਦਾ ਹੈ, ਨਾਰ ਦਾ ਅਰਥ ਹੈ ਪਾਣੀ। ਜਿਵੇਂ ਇੱਕ ਫੁੱਲ ਪਾਣੀ ਵਿੱਚ ਜਿਉਂਦਾ ਰਹਿੰਦਾ ਹੈ ਨਾ, ਹੇ ਪਰਮਾਤਮਾ ਮੈਂ ਵੀ ਤੇਰੇ ਆਸਰੇ ਜਿਉਂਦਾ ਰਹਿੰਦਾ, ਮੇਰਾ ਵੀ ਆਸਰਾ ਤੂੰ ਹੈ। ਫਿਰ ਅੱਗੇ ਆਖਦੇ ਨੇ, ਕਹਿ ਕਬੀਰ ਗੁਲਾਮ ਘਰ ਕਾ, ਜਿਆਏ ਭਾਵੇਂ ਮਾਰ। ਹੇ ਪਰਮਾਤਮਾ ਮੈਂ ਤੇਰੇ ਦਰ ਦਾ ਗੁਲਾਮ, ਹੁਣ ਭਾਵੇਂ ਮੈਨੂੰ ਜਿਉਂਦਾ ਰੱਖ ਭਾਵੇਂ ਮਾਰ, ਮੈਂ ਤੇਰੇ ਦਰ ਤੇ ਆ ਕਰਕੇ ਡਿੱਗ ਗਿਆ ਹਾਂ, ਤੇਰੀ ਮਰਜ਼ੀ ਵਿੱਚ ਤੁਰਨਾ ਹੈ, ਹੁਣ ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ। ਸਾਧ ਸੰਗਤ, ਜਿਹੜਾ ਪ੍ਰਮਾਤਮਾ ਦਾ ਗੁਲਾਮ ਬਣ ਜਾਂਦਾ ਨਾ ਉਹ ਆਪਣੀ ਮਰਜ਼ੀ ਛੱਡ ਦਿੰਦਾ ਤੇ ਆਪਣੀ ਮਰਜ਼ੀ ਤਿਆਗ ਕਰਕੇ ਉਹ ਆਪਣੇ ਮਾਲਕ ਨੂੰ ਖੁਸ਼ ਕਰ ਲੈਂਦਾ ਹੈ। ਗੱਲ ਸਪਸ਼ਟ ਹੋ ਜਾਵੇ, ਇੱਕ ਸਾਖੀ ਦੀ ਸਾਂਝ ਆਪ ਜੀ ਦੇ ਨਾਲ ਪਾਵਾਂ। ਕਹਿੰਦੇ ਇੱਕ ਨਵਾਬ ਨੇ ਨਾ ਬਾਜ਼ਾਰ ਵਿੱਚੋਂ ਇੱਕ ਗੁਲਾਮ ਖਰੀਦ ਲਿਆ। ਪੁਰਾਣੇ ਸਮੇਂ ਦੇ ਅੰਦਰ ਗੁਲਾਮ ਵਿਕਦੇ ਸਨ ਤੇ ਉਸ ਨਵਾਬ ਨੇ ਗੁਲਾਮ ਖਰੀਦ ਲਿਆ, ਘਰ ਲਿਆਂਦਾ। ਘਰ ਲਿਆ ਕਰਕੇ ਗੁਲਾਮ ਨੂੰ ਪੁੱਛਦਾ ਹੈ, ਤੂੰ ਕਿਵੇਂ ਰਹਿਣਾ ਪਸੰਦ ਕਰੇਗਾ? ਗੁਲਾਮ ਕਹਿੰਦਾ ਹੈ,
ਮੇਰੇ ਮਾਲਕ ਦੀ ਮਰਜ਼ੀ, ਜਿਵੇਂ ਰੱਖੇਗਾ ਮੈਂ ਰਵਾਂਗਾ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਮੈਂ ਤਾਂ ਮਾਲਕ ਦੀ ਮਰਜ਼ੀ ਵਿੱਚ ਤੁਰਨਾ ਹੈ। ਨਵਾਬ ਨੇ ਫਿਰ ਅੱਗੇ ਪੁੱਛਿਆ, ਤੂੰ ਕੀ ਖਾਣਾ ਪਸੰਦ ਕਰੇਂਗਾ? ਗੁਲਾਮ ਕਹਿਣ ਲੱਗਾ, ਜੋ ਮਾਲਕ ਦੀ ਮਰਜ਼ੀ, ਜੋ ਤੁਸੀਂ ਦਿਓਗੇ ਮੈਂ ਖਾਵਾਂਗਾ, ਮੇਰੀ ਆਪਣੀ ਮਰਜ਼ੀ ਕੁਝ ਨਹੀਂ। ਫਿਰ ਉਸਨੇ ਪੁੱਛ ਲਿਆ, ਕੀ ਪਾਣਾ ਪਸੰਦ ਕਰੇਂਗਾ? ਗੁਲਾਮ ਨੇ ਫਿਰ ਅੱਗੋਂ ਕਹਿ ਦਿੱਤਾ, ਜੋ ਤੁਸੀਂ ਦਿਓਗੇ ਮੈਂ ਉਹ ਪਾ ਲਵਾਂਗਾ, ਮੈਂ ਤੁਹਾਡੀ ਮਰਜ਼ੀ ਵਿੱਚ ਤੁਰਨਾ ਹੈ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਕਹਿੰਦੇ ਨਵਾਬ ਨੇ ਫਿਰ ਅਗਲਾ ਸਵਾਲ ਕੀਤਾ ਕਿ ਮੈਂ ਤੈਨੂੰ ਕੀ ਨਾਮ ਲੈ ਕਰਕੇ ਸੱਦਾਂ, ਕੀ ਨਾਮ ਲੈ ਕਰਕੇ ਤੈਨੂੰ ਬੁਲਾਵਾਂ? ਗੁਲਾਮ ਨੇ ਹੱਥ ਜੋੜੇ, ਮਾਲਕ ਤੁਹਾਡੀ ਮਰਜ਼ੀ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜੋ ਤੁਸੀਂ ਨਾਮ ਲਓਗੇ ਮੈਂ ਉਸੇ ਨਾਮ ਦੇ ਨਾਲ ਬੋਲਾਂਗਾ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਮੈਂ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰਾਂਗਾ। ਸਾਧ ਸੰਗਤ, ਨਵਾਬ ਨੇ ਆਪਣੇ ਗੁਲਾਮ ਦੇ ਪੈਰ ਪਕੜ ਲਏ। ਗੁਲਾਮ ਕਹਿੰਦਾ, ਮਾਲਕ ਇਹ ਕੀ ਕਰਦੇ ਹੋ? ਨਵਾਬ ਕਹਿੰਦਾ, ਜਿਹੜੀ ਚੀਜ਼, ਜਿਹੜਾ ਗਿਆਨ, ਜਿਹੜਾ ਗੁਰ ਅੱਜ ਤੱਕ ਮੈਨੂੰ ਕਿਤੇ ਪ੍ਰਾਪਤ ਨਹੀਂ ਹੋਇਆ, ਉਹ ਗਿਆਨ ਤੂੰ ਅੱਜ ਮੈਨੂੰ ਬਖਸ਼ ਦਿੱਤਾ। ਮੈਨੂੰ ਅੱਜ ਪਤਾ ਲੱਗ ਗਿਆ, ਜਿਹੜਾ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰੇਗਾ, ਆਪਣੇ ਮਾਲਕ ਦੀ ਮਰਜ਼ੀ ਵਿੱਚ ਰਹੇਗਾ, ਉਹ ਮਾਲਕ ਨੂੰ ਖੁਸ਼ ਕਰ ਲਏਗਾ ਤੇ ਮਾਲਕ ਉਸ ਨੂੰ ਪ੍ਰਵਾਨ ਕਰ ਲਏਗਾ। ਕਬੀਰ ਸਾਹਿਬ ਕਹਿੰਦੇ ਨੇ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ, हे ਪ੍ਰਮਾਤਮਾ ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ, ਮੈਂ ਆਪਣੀ ਮਰਜ਼ੀ ਤਿਆਗ ਦਿੱਤੀ, ਹੁਣ ਭਾਵੇਂ ਤੂੰ ਜਿਉਂਦਾ ਰੱਖ, ਭਾਵੇਂ ਮੈਨੂੰ ਮਾਰ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਚੱਲਦੀ ਪਈ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਅਰਦਾਸ ਕਰਨੀ ਸਿਖਾਈ ਹੈ। ਇਹ ਸਿੱਖਾ, ਗੁਰੂ ਦੇ ਦਰ ਤੇ ਆ ਕਰਕੇ ਡਿੱਗ ਜਾ ਤੇ ਗੁਰੂ ਦੇ ਦਰ ਤੇ ਨਤਮਸਤਕ ਹੋ ਕਰਕੇ ਅਰਦਾਸ ਕਰ, ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਵਿੱਚ ਆ ਕਰਕੇ ਡਿੱਗਾ ਹਾਂ, ਹੁਣ ਭਾਵੇਂ ਮੈਨੂੰ ਜਿਉਂਦਾ ਰੱਖ, ਭਾਵੇਂ ਮਾਰ, ਇਹ ਤੇਰੇ ਹੱਥ ਵਿੱਚ ਹੈ। ਮੈਂ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ, ਆਪਣੀਆਂ ਵਡਿਆਈਆਂ ਸਾਰੀਆਂ ਮੈਂ ਅੱਗ ਦੇ ਅੰਦਰ ਸਾੜ ਦਿੱਤੀਆਂ। ਉਹਨਾਂ ਦਾ ਬੜਾ ਪਿਆਰਾ ਸ਼ਬਦ ਹੈ ਦੇਵ ਗੰਧਾਰੀ ਰਾਗ ਵਿੱਚ, ਕਿਤੇ ਸਾਡੇ ਅੰਦਰੋਂ ਵੀ ਇਹ ਅਰਦਾਸ ਨਿਕਲੇ, ਕੇਵਲ ਬੋਲਾਂ ਦੇ ਰਾਹੀਂ ਨਹੀਂ, ਅੰਦਰ ਦਿਲੋਂ ਜੁੜ ਕਰਕੇ ਅਰਦਾਸ ਕਰੀਏ ਗੁਰੂ ਦੇ ਦਰ ਤੇ ਆ ਕਰਕੇ, ਅਬ ਹਮ ਚਲੀ ਠਾकुर ਪੈ ਹਾਰ, जब हम शरण प्रभु की आई, राख प्रभु पावे मार, लोकन की चतुराई उपमा ते बैसंतर जार। दुनिया वाली चतुराई, दुनिया वालियां सियाणपां, बैसंतर अग, ये सारियां अग दे अंदर साड़ दित्तियां। लोकन की चतुराई उपमा ते बैसंतर जार, कोई भला कहो पावे बुरा कहो, हम तन दियो है ढार। सच्चे पातशाह, ਹੁਣ ਕੋਈ ਚੰਗਾ ਆਖੇ ਭਾਵੇਂ ਮਾੜਾ ਆਖੇ, ਅਸੀਂ ਤਾਂ ਤੈਨੂੰ ਸਮਰਪਣ ਹੋ ਗਏ ਹਾਂ। ਜੋ ਆਵਤ ਸ਼ਰਨ ਠਾकुर ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਸੱਚੇ ਪਾਤਸ਼ਾਹ, ਮੈਨੂੰ ਪਤਾ ਹੈ ਜਿਹੜਾ ਤੁਹਾਡੀ ਸ਼ਰਨ ਵਿੱਚ ਆ ਕਰਕੇ ਡਿੱਗ ਜਾਂਦਾ ਹੈ, ਜਿਹੜਾ ਆਪਣੀ ਮਰਜ਼ੀ ਤਿਆਗ ਕਰਕੇ ਤੁਹਾਡੇ ਹੁਕਮ ਵਿੱਚ ਤੁਰਦਾ ਹੈ, ਤੁਹਾਡੀ ਮਰਜ਼ੀ ਦੇ ਅੰਦਰ ਤੁਰਦਾ ਹੈ, ਸੱਚੇ ਪਾਤਸ਼ਾਹ ਤੁਸੀਂ ਉਹਨਾਂ ਦੀ ਲਾਜ ਰੱਖਦੇ ਹੋ, ਉਹਨਾਂ ਦੀ ਇੱਜ਼ਤ ਰੱਖਦੇ ਹੋ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡਾ ਗੁਲਾਮ ਬਣ ਗਿਆ, ਕਿਉਂਕਿ ਜਿਹੜਾ ਤੁਹਾਡਾ ਗੁਲਾਮ ਬਣ ਗਿਆ ਨਾ, ਉਹ ਦੁਨੀਆ ਦਾ ਗੁਲਾਮ ਨਹੀਂ ਜੀ ਬਣਦਾ, ਉਹ ਦੁਨੀਆ ਦੀ ਗੁਲਾਮੀ ਨੂੰ ਕੱਟ ਦਿੰਦਾ ਹੈ, ਦੁਨੀਆ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੰਦਾ ਹੈ, ਕਿਉਂਕਿ ਉਹ ਤੁਹਾਡਾ ਗੁਲਾਮ ਬਣ ਗਿਆ। ਸਾਧ ਸੰਗਤ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਛਕਦੇ ਪਏ ਨੇ। ਕੁੱਤਾ ਅੱਗੇ ਬੈਠਾ ਹੈ, ਭਾਈ ਨੰਦ ਲਾਲ ਸਾਹਿਬ ਨਾਲ ਬੈਠੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਪ੍ਰਸ਼ਾਦੇ ਦਾ ਟੁਕੜਾ ਤੋੜਿਆ ਤੇ ਕੁੱਤੇ ਨੂੰ ਪਾ ਦਿੱਤਾ। ਕਹਿੰਦੇ ਜਦੋਂ ਕੁੱਤੇ ਨੂੰ ਪ੍ਰਸ਼ਾਦੇ ਦੀ ਬੁਰਕੀ ਪਾਈ, ਟੁਕੜਾ ਪਾਇਆ, ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਸੱਚੇ ਪਾਤਸ਼ਾਹ ਇੱਕ ਕੁੱਤਾ ਅੱਧਰ ਵੀ ਬੈਠਾ ਹੈ, ਤੁਸੀਂ ਇਹਨੂੰ ਵੀ ਇੱਕ ਟੁਕੜੇ ਦੀ ਬਖਸ਼ਿਸ਼ ਕਰੋ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਨੰਦ ਲਾਲ
ਉਸ ਕੁੱਤੇ ਦਾ ਸਬਰ ਸੰਤੋਖ ਵੇਖ। ਉਹ ਕੁੱਤਾ ਮੇਰੀ ਮਰਜ਼ੀ ਵਿੱਚ ਹੈ, ਉਸਨੇ ਮੰਗਿਆ ਨਹੀਂ, ਪਰ ਤੂੰ ਮੰਗ ਲਿਆ, ਤੂੰ ਮੇਰੀ ਮਰਜ਼ੀ ਵਿੱਚ ਨਹੀਂ ਜੇ ਤੁਰਿਆ। ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਮੇਰਾ ਦਿਲ ਜਿਹੜਾ, ਮੇਰਾ ਮਨ ਜਿਹੜਾ ਬੜਾ ਅਸ਼ਾਂਤ ਹੈ, ਇਸ ਦੇ ਅੰਦਰ ਸੰਤੋਖ ਤੇ ਸਬਰ ਨਹੀਂ। ਤੁਸੀਂ ਕਿਰਪਾ ਕਰੋ, ਆਪਣੀ ਬੰਦਗੀ ਦਾ ਪਟਾ ਦਿਓ, ਤਾਂ ਕਰਕੇ ਇਹ ਤੁਹਾਡੀ ਮਰਜ਼ੀ ਵਿੱਚ ਤੁਰ ਸਕੇ, ਇਹ ਤੁਹਾਡੇ ਹੁਕਮ ਦੇ ਅੰਦਰ ਤੁਰ ਸਕੇ। ਉਹਨਾਂ ਬਚਨ ਆਖੇ, ਈ ਦਿਲ ਬਿਰਯਾਨ ਮਾਰਾ ਸ਼ੋਕ ਦੇ। हे ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਇਹ ਮੇਰਾ ਦਿਲ, ਮੇਰਾ ਮਨ ਜਿਹੜਾ ਨਾ ਬੜਾ ਅਸ਼ਾਂਤ ਹੈ। ਈ ਦਿਲ ਬਿਰਯਾਨ ਮਾਰਾ ਸ਼ੋਕ ਦੇ, ਦਰ ਗੁਲੇਮ ਬੰਦ ਗੀਰਾ ਤੌਕ ਦੇ। हे ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਮੇਰੇ ਗਲੇ ਵਿੱਚ ਤੁਸੀਂ ਬੰਦਗੀ ਦਾ ਪਟਾ ਪਾਓ, ਤਾਂ ਕਰਕੇ ਮੈਂ ਤੁਹਾਡੀ ਮਰਜ਼ੀ ਵਿੱਚ ਤੁਰ ਸਕਾਂ। ਤੌਕ ਕਹਿੰਦੇ ਨੇ ਪਟਾ, ਜੋ ਕੁੱਤਿਆਂ ਦੇ ਗਲ ਵਿੱਚ ਪਾ ਦਿੰਦੇ ਹਨ। ਉਹਨਾਂ ਗੰਜਨਾਮੇ ਦੇ ਅੰਦਰ ਵੀ ਬਚਨ ਲਿਖੇ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਲਾਮ ਕੁੱਤਾ ਹਾਂ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਾਗਿਆ ਹੋਇਆ ਹਾਂ। ਦਾਗਦਾਰ ਸਾਧ ਸੰਗਤ, ਪੁਰਾਣੇ ਸਮੇਂ ਦੇ ਅੰਦਰ ਗੁਲਾਮਾਂ ਨੂੰ ਦਾਗਿਆ ਜਾਂਦਾ ਸੀ। ਇੰਜ ਕਹਦੇ ਵਾ, ਮਾਲਕ ਜਿਹੜਾ ਹੈ ਨਾ, ਆਪਣੀ ਮੋਹਰ ਲਗਾ ਦਿੰਦਾ ਸੀ ਕਿ ਇਹ ਮੇਰਾ ਗੁਲਾਮ, ਪੱਕੀ ਮੋਹਰ। ਦਾਗ ਦਾ ਅਰਥ ਫਾਰਸੀ ਦੀ ਡਿਕਸ਼ਨਰੀ ਦੇ ਅੰਦਰ ਮੈਂ ਵੇਖੇ, ਉਹਨਾਂ ਕੀਤੇ ਨੇ ਦਫ਼ਤਰ ਦੀ ਮੋਹਰ, ਜਿਹੜੇ ਪੁਰਾਣੇ ਸਮੇਂ ਦੇ ਅੰਦਰ ਮਾਲਕ ਜਿਹੜੇ ਨੇ ਆਪਣੇ ਗੁਲਾਮਾਂ ਨੂੰ ਲਗਾ ਦਿੰਦੇ ਸਨ। ਔਰ ਐਦਾਂ ਦੇ ਬਚਨ ਹੀ ਬਾਬਾ ਕਬੀਰ ਜੀ ਨੇ ਵੀ ਆਖੇ ਨੇ, ਕਿਉਂਕਿ ਜਦੋਂ ਬੰਦਾ ਪ੍ਰਮਾਤਮਾ ਦਾ ਸੇਵਕ ਬਣ ਜਾਏ, ਫਿਰ ਉਹ ਆਪਣੇ ਆਪ ਨੂੰ ਵੱਡਾ ਨਹੀਂ ਜੇ ਸਮਝਦਾ, ਉਹ ਆਪਣੇ ਆਪ ਨੂੰ ਅਤ ਦਾ ਨੀਵਾਂ ਸਮਝਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਹਮ ਕੂ ਕਰ ਤੇਰੇ ਦਰਬਾਰ, ਭੋਕੈ ਆਗੈ ਬਦਨ ਪਸਾਰ। ਪਰਮਾਤਮਾ ਤੇਰੇ ਦਰ ਦੇ ਅਸੀਂ ਕੁੱਤੇ ਹਾਂ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ। ਅਸੀਂ ਤੇਰੇ ਦੁਆਰੇ ਤੇ ਆ ਕਰਕੇ ਡਿੱਗੇ ਹਾਂ, ਤੇ ਜਿਹੜਾ ਤੇਰੇ ਦਰ ਤੇ ਆ ਗਿਆ ਨਾ, ਕਹਿਣ ਲੱਗੇ ਉਸ ਦੇ ਅੰਦਰ ਆਤਮਕ ਅਡੋਲਤਾ ਆ ਜਾਂਦੀ ਹੈ। ਮਾਥੈ ਮੇਰੇ ਦਗਾਈ, ਮੇਰੇ ਮੱਥੇ ਦੇ ਉੱਤੇ ਤੇਰਾ ਦਾਗ, ਭਾਵ ਕਿ ਭਗਤੀ ਦਾ ਨਿਸ਼ਾਨ ਹੈ। ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਗ ਜਾਈ। हे ਸੱਚੇ ਪਾਤਸ਼ਾਹ, ਜਿਹੜੇ ਦਾਗੇ ਹੋਏ ਹੁੰਦੇ ਨੇ, ਜਿਨ੍ਹਾਂ ਦੇ ਮੱਥੇ ਦੇ ਉੱਤੇ ਭਗਤੀ ਦਾ ਨਿਸ਼ਾਨ ਹੁੰਦਾ, ਉਹ ਭਗਤੀ ਦੇ ਇਸ ਰਣ ਤੱਤੇ ਵਿੱਚ ਜੂਝਦੇ ਨੇ। ਪਰ ਜਿਨ੍ਹਾਂ ਦੇ ਉੱਤੇ ਭਗਤੀ ਦਾ ਨਿਸ਼ਾਨ ਨਹੀਂ, ਉਹ ਦੌੜ ਜਾਂਦੇ ਨੇ। ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਗ ਜਾਈ। ਕਹਿੰਦੇ ਸਾਧੂ ਹੋਏ ਸੋ ਭਗਤ ਪਛਾਣੈ, ਹਰ ਲਏ ਖਜ਼ਾਨੇ ਪਾਈ। ਪਰਮਾਤਮਾ ਆਪਣੇ ਭਗਤ ਨੂੰ ਜਿਹੜਾ ਭਗਤੀ ਪਛਾਣਦਾ ਨਾ, ਆਪਣੇ ਨਾਲ ਜੋੜ ਲੈਂਦਾ, ਆਪਣੇ ਖਜ਼ਾਨੇ ਦੇ ਅੰਦਰ ਪਾ ਦਿੰਦਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਗੁਲਾਮ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਸਾਨੂੰ ਸਮਝਾਉਂਦੇ ਨੇ, ਆਪਣੇ ਹਰ ਪ੍ਰਭ ਕੀ ਹਉ ਗੋਲੀ। ਮੈਂ ਆਪਣੇ ਪ੍ਰਮਾਤਮਾ ਦੀ, ਆਪਣੇ ਮਾਲਕ ਦੀ ਦਾਸੀ ਬਣ ਗਈਆਂ, ਗੋਲੀ ਬਣ ਗਈ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਜਦੋਂ ਮੈਂ ਪਰਮਾਤਮਾ ਦੀ ਗੋਲੀ ਬਣ ਗਈ, ਪਰਮਾਤਮਾ ਦੀ ਦਾਸੀ ਬਣ ਗਈ, ਮੇਰਾ ਮਨ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਗਿੱਝ ਗਿਆ, ਪਰਮਾਤਮਾ ਦੇ ਨਾਲ ਜੁੜ ਗਿਆ, ਫਿਰ ਪਰਮਾਤਮਾ ਨੇ ਕਿਰਪਾ ਕੀਤੀ, ਸਾਰੇ ਸੰਸਾਰ ਨੂੰ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ, ਸੇਵਕ ਬਣਾ ਦਿੱਤਾ। ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਮਨੁੱਖ ਚਾਹੁੰਦਾ ਮੇਰੇ ਸੇਵਕ ਹੋਣੇ ਚਾਹੀਦੇ ਨੇ, ਮੇਰੇ ਦਾਸ ਹੋਣੇ ਚਾਹੀਦੇ ਨੇ, ਮੇਰੇ ਥੱਲੇ ਕੰਮ ਕਰਨ ਵਾਲੇ, ਮੇਰੀ ਗੱਲ ਮੰਨਣ ਵਾਲੇ ਬੰਦੇ ਹੋਣੇ ਚਾਹੀਦੇ ਨੇ। ਇੰਜ ਕਹਦੇ ਵਾਂ, ਬੰਦਾ ਜਿਹੜਾ ਨਾ, ਉਹ ਦੂਜਿਆਂ ਨੂੰ ਹਰਾਉਣਾ ਚਾਹੁੰਦਾ ਹੈ, ਉਹ ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ,
ਔਰ ਇਸ ਜਿੱਤ ਵਾਸਤੇ ਉਹ 4 ਤਰੀਕੇ ਵਰਤਦਾ ਹੈ, ਸ਼ਾਮ, ਦਾਮ, ਦੰਡ ਤੇ ਭੇਦ, ਕਿ ਮੈਂ ਦੂਜਿਆਂ ਨੂੰ ਆਪਣਾ ਗੁਲਾਮ ਬਣਾ ਲਵਾਂ, ਦੂਜਿਆਂ ਨੂੰ ਆਪਣਾ ਸੇਵਕ ਬਣਾ ਲਵਾਂ, ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ। ਪਰ ਜਿਹੜਾ ਪ੍ਰਮਾਤਮਾ ਦਾ ਸੇਵਕ ਹੁੰਦਾ ਹੈ ਨਾ, ਉਹ ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਨਹੀਂ ਜੀ ਚਾਹੁੰਦਾ, ਉਹ ਦੂਜਿਆਂ ਨੂੰ ਨਹੀਂ ਹਰਾਉਣਾ ਚਾਹੁੰਦਾ, ਉਹ ਚਾਹੁੰਦਾ ਮੈਂ ਆਪਣੇ ਆਪ ਨੂੰ ਹਰਾ ਦੇਵਾਂ, ਮੈਂ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ, ਮੈਂ ਆਪਣੇ ਮਨ ਨੂੰ ਆਪਣਾ ਗੁਲਾਮ ਬਣਾ ਲਵਾਂ। ਔਰ ਜਿਹੜਾ ਆਪਣੇ ਮਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ, ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਨਾ, ਸਮਝ ਲਓ ਉਸਨੇ ਸਾਰਾ ਸੰਸਾਰ ਜਿੱਤ ਲਿਆ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਬਚਨ ਆਖੇ, ਮਨ ਜੀਤੈ ਜਗ ਜੀਤ। ਜਿਸਨੇ ਮਨ ਨੂੰ ਜਿੱਤਿਆ, ਸਮਝ ਲਈਏ ਉਸਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਭੱਟ ਕਲਸਹਾਰ ਜੀ ਦਾ ਇੱਕ ਪਾਵਨ ਪਵਿੱਤਰ ਸਵਈਆ, ਉਹ ਕਹਿੰਦੇ ਨੇ ਕਿ ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਇਸ ਸੰਸਾਰ ਨੂੰ ਜਿੱਤ ਲਿਆ, ਜਗਤ ਨੂੰ ਜਿੱਤ ਲਿਆ, ਪਰ ਕਿਵੇਂ? ਆਪਣਾ ਮਨ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੋੜ ਕਰਕੇ। ਉਹਨਾਂ ਦਾ ਸਵਈਆ ਹੈ, ਜਗ ਜੀਤਾਓ ਸਤਿਗੁਰ ਪ੍ਰਮਾਣ, ਮਨ ਏਕ ਧਿਆਇਓ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਾਂਗ ਜਗਤ ਨੂੰ ਜਿੱਤ ਲਿਆ, ਪਰ ਕਿਵੇਂ? ਮਨ ਏਕ ਧਿਆਇਓ, ਪਰਮਾਤਮਾ ਦਾ ਨਾਮ ਜਪ ਕਰਕੇ। ਧੰਨ ਧੰਨ ਸਤਿਗੁਰੂ ਅਮਰਦਾਸ ਜਿਨ ਨਾਮ ਦ੍ਰਿੜਾਇਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਧੰਨ ਨੇ ਜਿਨ੍ਹਾਂ ਨੇ ਤੁਹਾਨੂੰ ਨਾਮ ਦ੍ਰਿੜ ਕਰਾ ਦਿੱਤਾ। ਨਵਨਿਧ ਨਾਮ ਨਿਧਾਨ, ਰਿੱਧ ਸਿੱਧ ਤਾਕੀ ਦਾਸੀ। ਸਹਿਜ ਸਰੋਵਰ ਮਿਲਿਓ, ਪੁਰਖ ਭੇਟਿਓ ਅਬਨਾਸ਼ੀ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ ਤੇ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਤੁਹਾਡੀਆਂ ਦਾਸੀਆਂ ਬਣ ਗਈਆਂ। ਤੁਸੀਂ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜ ਗਏ ਹੋ। ਆਦਲੇ ਭਗਤ ਜਿਤ ਲਗ ਤਰੇ, ਸੋ ਗੁਰ ਨਾਮ ਦ੍ਰਿੜਾਇਓ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਉਹ ਨਾਮ ਦ੍ਰਿੜ ਕਰਾ ਦਿੱਤਾ, ਜਿਸ ਨਾਮ ਦੀ ਬਰਕਤ ਦੇ ਨਾਲ ਮੁੱਢ ਤੋਂ ਭਗਤ ਪਰਮਾਤਮਾ ਦੇ ਨਾਲ ਜੁੜਦੇ ਆਏ ਨੇ। ਗੁਰੂ ਰਾਮਦਾਸ ਕੱਲਿਉ ਚਰੈ, ਤੈਂ ਹਰ ਪ੍ਰੇਮ ਪਦਾਰਥ ਪਾਇਓ। ਹੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਪਰਮਾਤਮਾ ਦੇ ਨਾਮ ਦਾ, ਪਿਆਰ ਦਾ ਉੱਤਮ ਪਦਾਰਥ ਜਿਹੜਾ ਉਹ ਪ੍ਰਾਪਤ ਕਰ ਲਿਆ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਬ ਹਮ ਹਰ ਸੇਤੀ ਮਨ ਮਾਨਿਆ। ਜਦੋਂ ਮਨ ਪਰਮਾਤਮਾ ਦੇ ਨਾਲ ਗਿੱਝ ਜਾਏ ਨਾ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਗੋਲ ਦਾ ਅਰਥ ਹੋਏਗਾ ਗੋਲਾ, ਗੁਲਾਮ, ਸੇਵਕ, ਦਾਸ। ਪਰਮਾਤਮਾ ਨੇ ਫਿਰ ਸਾਰੇ ਸੰਸਾਰ ਨੂੰ ਮੇਰਾ ਦਾਸ ਬਣਾ ਦਿੱਤਾ, ਬੇਮੁੱਲਾ ਦਾਸ। ਸਾਧ ਸੰਗਤ, ਮਨ ਪਰਮਾਤਮਾ ਦੇ ਨਾਲ ਜੋੜੀਏ, ਮਨ ਨੂੰ ਪਰਮਾਤਮਾ ਦੀ ਯਾਦ ਵਿੱਚ ਟਿਕਾਈਏ। ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਪਹਿਲਾ ਪਦਾ ਹਰ ਦਇਆਲ ਦਇਆ ਪ੍ਰਭ ਕੀਨੀ, ਮੇਰਾ ਮਨ ਤਨ ਮੁਖ ਹਰ ਬੋਲੀ। ਦਇਆਵਾਨ ਪਰਮਾਤਮਾ ਨੇ ਦਇਆ ਕੀਤੀ ਤੇ ਦਇਆ ਕਰਕੇ ਕੀ ਹੋਇਆ? ਮੇਰਾ ਮਨ ਤਨ, ਕਹਿੰਦੇ ਮੁਖ ਹਰ ਬੋਲੀ। ਮਨ ਦੇ ਨੰਨੇ ਨੂੰ ਸਿਹਾਰੀ, ਤਨ ਦੇ ਨੰਨੇ ਨੂੰ ਸਿਹਾਰੀ, ਮੁਖ ਦੇ ਖੱਖੇ ਨੂੰ ਸਿਹਾਰੀ। ਭਾਵ ਕਿ ਮਨ ਵਿੱਚ, ਤਨ ਵਿੱਚ ਤੇ ਮੁਖ ਵਿੱਚ ਪਰਮਾਤਮਾ ਨੇ ਆਪਣੀ ਬਾਣੀ, ਸਿਫਤ ਸਲਾਹ ਦੀ ਜਿਹੜੀ ਬਾਣੀ ਹੈ ਨਾ, ਉਹ ਰੱਖ ਦਿੱਤੀ। ਹੁਣ ਮਨ ਵਿੱਚ ਵੀ ਬਾਣੀ ਹੈ ਤੇ ਮੁਖ ਵਿੱਚ ਵੀ ਬਾਣੀ ਹੈ। ਮੁਖ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਸ ਨਾਮ ਨੂੰ ਜਪ ਕਰਕੇ ਆਪਣੇ ਹਿਰਦੇ ਦੇ ਅੰਦਰ, ਆਪਣੇ ਮਨ ਵਿੱਚ ਉਸ ਨਾਮ ਨੂੰ ਟਿਕਾ ਲੈਂਦਾ ਹੈ। ਸਾਧ ਸੰਗਤ, ਇਹ ਜਿਹੜੀ ਅਵਸਥਾ ਹੈ ਨਾ, ਇਹ ਬ੍ਰਹਮ ਗਿਆਨੀ ਵਾਲੀ ਅਵਸਥਾ ਹੈ। ਜਦੋਂ ਮੁਖ ਦੇ ਨਾਲ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਤੇ ਫਿਰ ਉਸ ਨਾਮ ਨੂੰ ਜਪ ਕੇ ਆਪਣੇ ਹਿਰਦੇ ਦੇ ਅੰਦਰ ਟਿਕਾ ਲੈਂਦਾ ਹੈ। ਇਹਨਾਂ ਗੁਣਾ ਕਰਕੇ ਬੰਦਾ ਜਿਹੜਾ ਬ੍ਰਹਮ ਦੇ ਅੰਦਰ ਲੀਨ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ
ਇਸ ਅਵਸਥਾ ਦਾ ਜ਼ਿਕਰ ਜਿਹੜਾ ਸੁਖਮਨੀ ਸਾਹਿਬ ਦੇ ਅੰਦਰ ਕੀਤਾ। ਪਾਤਸ਼ਾਹ ਦਾ ਬਚਨ ਆਪ ਜੀ ਨੂੰ ਚੇਤੇ ਹੋਵੇਗਾ। ਸਤਿਗੁਰੂ ਆਖਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆਪਣੇ ਮਨ ਵਿੱਚ ਸਦਾ ਰਹਿਣ ਵਾਲੇ ਪਰਮਾਤਮਾ ਨੂੰ ਧਿਆਉਂਦਾ ਹੈ, ਮੁਖ ਦੇ ਨਾਲ ਨਾਮ ਜਪਦਾ ਹੈ, ਮਨ ਵਿੱਚ ਟਿਕਾਉਂਦਾ ਹੈ, ਤੇ ਇੱਕ ਪਰਮਾਤਮਾ ਤੋਂ ਬਗੈਰ ਕਿਸੇ ਦੇ ਹੋਰ ਦੂਜੇ ਦੇ ਨਾਲ ਨਹੀਂ ਜੇ ਜੁੜਦਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਨਾਂ ਗੁਣਾਂ ਕਰਕੇ ਬੰਦਾ ਜਿਹੜਾ ਨਾ ਉਹ ਪਰਮਾਤਮਾ ਦੇ ਅੰਦਰ ਲੀਨ ਹੋ ਜਾਂਦਾ ਹੈ, ਬ੍ਰਹਮ ਦੇ ਅੰਦਰ ਲੀਨ ਹੋ ਜਾਂਦਾ ਹੈ। ਸਾਧ ਸੰਗਤ, ਪਰ ਇਸ ਦੇ ਵਿਪਰੀਤ, ਇਸ ਦੇ ਉਲਟ, ਜਦੋਂ ਬੰਦਾ ਮੂੰਹ ਦੇ ਨਾਲ ਤਾਂ ਨਾਮ ਜ਼ਰੂਰ ਜਪਦਾ ਹੈ, ਪਰ ਮਨ ਵਿੱਚ ਕਪਟ ਰੱਖਦਾ ਹੈ, ਮਨ ਵਿੱਚ ਫਰੇਬ ਰੱਖਦਾ ਹੈ, ਇਸ ਦਾ ਮਨ ਪਾਪ ਕਰਦਾ ਹੈ, ਤਾਂ ਫੇਰ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਜੇ ਹੁੰਦਾ। ਫੇਰ ਭਾਵੇਂ ਮੂੰਹ ਦੇ ਨਾਲ ਇਹ ਕਿੰਨਾ ਵੀ ਨਾਮ ਜਪੇ, ਮੂੰਹ ਦੇ ਨਾਲ ਕਿੰਨੀ ਵੀ ਸਿਫਤ ਕਰੇ, ਉਹ ਸਿਫਤ ਜਿਹੜੀ ਹੈ ਉਹ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਨਾ, ਉਹ ਕੇਵਲ ਤੇ ਕੇਵਲ ਵਿਖਾਵੇ ਵਾਸਤੇ ਰਹਿ ਜਾਂਦੀ ਹੈ, ਉਹ ਲੋਕਾਂ ਨੂੰ ਠੱਗਣ ਵਾਸਤੇ ਰਹਿ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਵੇਂ ਕੋਈ ਪਰਮਾਤਮਾ ਦਾ ਨਾਮ ਜਪੇ ਰਾਗਾਂ ਦੇ ਰਾਹੀਂ, ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ ਉਹਨਾਂ ਦੇ ਵਿਚਾਰ ਕਰਕੇ, ਉਹਨਾਂ ਦਾ ਪਾਠ ਕਰਕੇ ਨਾਮ ਜਪੇ, ਪਰਮਾਤਮਾ ਦੀ ਪੂਜਾ ਕਰੇ, ਭਾਵੇਂ ਕੋਈ ਸ਼ੰਖ ਵਜਾ ਕਰਕੇ ਪਰਮਾਤਮਾ ਨੂੰ ਯਾਦ ਕਰੇ, ਪਰ ਖਿਆਲ ਕਰਿਓ, ਜਿਨ੍ਹਾਂ ਦੇ ਮਨ ਵਿੱਚ ਕਪਟ ਹੈ, ਜਿਨ੍ਹਾਂ ਦੇ ਮਨ ਵਿੱਚ ਫਰੇਬ ਹੈ, ਪਾਪ ਹੈ, ਉਹਨਾਂ ਦਾ ਇਹ ਜਪਿਆ ਹੋਇਆ ਨਾਮ ਕਿਸੇ ਕੰਮ ਦਾ ਨਹੀਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਛੰਤ ਆਸਾ ਕੀ ਵਾਰ ਦੇ ਨਾਲ ਅਸੀਂ ਪੜ੍ਹਦੇ ਸੁਣਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਬਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਕਹਿੰਦੇ ਕੋਈ ਰਾਗਾਂ ਦੇ ਰਾਹੀਂ ਗਾਏ, ਕੋਈ ਬੇਦਾਂ ਦੇ ਨਾਲ ਗਾਏ, ਭਾਵੇਂ ਕੋਈ ਸ਼ੰਖ ਵਜਾ ਕਰਕੇ ਆਦ ਦੇ ਨਾਲ ਪਰਮਾਤਮਾ ਦਾ ਨਾਮ ਜਪੇ, ਪਰ ਪਰਮਾਤਮਾ ਇਸ ਤਰ੍ਹਾਂ ਖੁਸ਼ ਨਹੀਂ ਜੇ ਹੁੰਦਾ। ਕਿਉਂਕਿ ਖੁਸ਼ ਹੁੰਦਾ ਜਦੋਂ ਅਸੀਂ ਮਨ ਦੇ ਅੰਦਰ ਨਾਮ ਟਿਕਾਈਏ ਤੇ ਮੁਖ ਦੇ ਨਾਲ ਜਪੀਏ। ਗੁਰੂ ਪਿਆਰਿਓ, ਇੱਕ ਵਾਰੀ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ, ਤੁਸੀਂ ਸਭ ਤੋਂ ਵੱਧ ਪਿਆਰ ਕਿਹੜੇ ਸਿੱਖ ਨੂੰ ਕਰਦੇ ਹੋ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੈਂ ਸਭ ਤੋਂ ਜ਼ਿਆਦਾ ਪਿਆਰ ਉਸ ਸਿੱਖ ਨੂੰ ਕਰਦਾ ਹਾਂ ਜਿਹੜਾ ਮੂੰਹ ਦੇ ਨਾਲ ਨਾਮ ਜਪਦਾ ਹੈ ਤੇ ਮਨ ਵਿੱਚ ਇਸ ਨਾਮ ਨੂੰ ਟਿਕਾਉਂਦਾ ਹੈ, ਜਿਹੜਾ ਹੱਥੀਂ ਸੇਵਾ ਕਰਦਾ ਹੈ, ਹੱਥੀਂ ਸੇਵਾ ਕਰਕੇ ਆਪਣੀ ਕਰਨੀ ਜਿਹੜੀ ਹੈ ਉਸ ਨੂੰ ਉੱਚੀ ਕਰ ਲੈਂਦਾ ਹੈ, ਕਰਨੀ ਕਰਕੇ ਬੜਾ ਉੱਚਾ ਬਣਦਾ ਹੈ, ਪਰ ਮਨ ਕਰਕੇ ਅਤ ਦਾ ਨੀਵਾਂ ਹੋ ਜਾਂਦਾ ਹੈ। ਕਹਿੰਦੇ, ਮੈਂ ਉਸ ਸਿੱਖ ਦੇ ਅੰਗ ਸੰਗ ਵਸਦਾ। ਉਹਨਾਂ ਬਚਨ ਕੀਤੇ, ਮੁਖ ਤੇ ਕੈ ਮਨ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਿਝਾਣੈ, ਸੋ ਮੋ ਅਧਿਕ ਪਿਆਰ ਹੈ ਬਸ ਰਹੋ ਸਦੀਵਾ, ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾ। ਉਹਨਾਂ ਦੀ ਕਰਨੀ ਬੜੀ ਉੱਚੀ ਹੁੰਦੀ ਹੈ, ਪਰ ਕਰਨੀ ਉੱਚੀ ਕਰਕੇ ਉਹ ਆਪਣੇ ਮਨ ਨੂੰ ਨੀਵਾ ਰੱਖਦੇ ਨੇ। ਪਰ ਸਾਧ ਸੰਗਤ, ਬਹੁਤਾਤ ਵਿੱਚ ਕੀ ਹੁੰਦਾ ਹੈ, ਕਰਨੀ ਸਾਡੀ ਅਤ ਦੀ ਨੀਵੀਂ ਤੇ ਸਾਡਾ ਮਨ ਉੱਚਾ, ਮਨ ਵਿੱਚ ਅਹੰਕਾਰ, ਕਥਨੀ ਕਰਕੇ ਅਸੀਂ ਬੜੇ ਉੱਚੇ ਬਣ ਜਾਂਦੇ ਹਾਂ, ਪਰ ਕਰਨੀ ਕਰਕੇ ਅਤ ਦੇ ਨੀਵੇਂ ਰਹਿੰਦੇ ਹਾਂ। ਕਥਨੀ ਕਹਿ ਕੇ ਅਸੀਂ ਲੋਕਾਂ ਨੂੰ ਆਪਣੇ ਵੱਲ ਪ੍ਰੇਰਿਤ ਕਰ ਲੈਂਦੇ ਹਾਂ, ਬੜੇ ਧਾਰਮਿਕ, ਬੜੇ ਸੁਚੱਜੀਆਂ ਗੱਲਾਂ ਅਸੀਂ ਕਰਦੇ ਹਾਂ, ਪਰ ਕਰਨੀ ਜਿਹੜੀ ਹੈ ਨਾ ਉਹ ਸਾਡੀ ਅਤ ਦੀ ਨੀਵੀਂ ਬਣੀ ਰਹਿੰਦੀ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਨਾ ਕਿ ਕਥਨੀ ਤਾਂ ਬੜੀ ਚੰਗੀ ਹੈ, ਬੜੀ ਉੱਚੀ ਹੈ, ਗੱਲਾਂ ਕਰਕੇ ਬੜਾ ਧਾਰਮਿਕ ਹੈ, ਪਰ ਅੰਦਰ ਆਚਰਣ ਜਿਹੜਾ ਨਾ, ਕਰਨੀ ਜਿਹੜੀ ਹੈ ਉਹ ਬੜੀ ਨੀਵੀਂ ਹੈ, ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸ਼ੁੱਧਾਂ ਕਾਲੀਆਂ ਬਾਹਰ ਚਿਟਵੀਆਂ, ਰੀਸਾਂ ਕਰੈ ਤਿਨਹਾੜੀਆਂ,
ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹਿ ਨਿਮਾਣਨੀਆਂ, ਨਾਨਕ ਜਨਮ ਸਕਾਰਥਾ, ਜੇ ਤਿਨ ਕੈ ਸੰਗ ਮਿਲਾ। ਪਾਤਸ਼ਾਹ ਕਹਿੰਦੇ ਨੇ, ਕਰਨੀ ਕਰਕੇ ਅਤ ਦਾ ਨੀਵਾਂ ਤੇ ਗੱਲਾਂ ਕਰਕੇ ਬੜਾ ਉੱਚਾ। ਬੰਦੇ ਨੂੰ ਚਾਹੀਦਾ ਹੈ ਇਹ ਨਾ ਮਨ ਵਿੱਚ ਨਾਮ ਟਿਕਾਵੇ, ਕਰਨੀ ਕਰਕੇ ਉੱਚਾ ਬਣੇ ਤੇ ਗੱਲਾਂ ਕਰਕੇ ਮਜ਼ਬੂਤ ਹੋਵੇ, ਪੱਕਾ ਹੋਵੇ, ਬਚਨ ਦਾ ਸੂਰਮਾ ਹੋਵੇ। ਜਿਵੇਂ ਬਾਬਾ ਸ਼ੇਖ ਫਰੀਦ ਜੀ ਨੇ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦੇ ਅੰਦਰ ਦਿਲੋਂ ਪਰਮਾਤਮਾ ਦੀ ਮੁਹੱਬਤ ਹੈ ਉਹੀ ਸੱਚੇ ਆਸ਼ਿਕ ਨੇ, ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਕੁਝ ਹੈ ਤੇ ਮੁਖ ਦੇ ਨਾਲ ਹੋਰ ਕੁਝ ਆਖਦੇ ਨੇ, ਕਹਿੰਦੇ ਉਹ ਕੱਚੇ ਆਸ਼ਿਕ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਇਸ ਬਾਬਤ ਸ਼ੇਰ ਆਖ ਦਿੱਤਾ। ਉਹ ਕਹਿੰਦੇ, ਹਮੋ ਮਰਦ ਬਾਇਦ, ਕਹਿੰਦੇ ਸ਼ਬਦ ਸੁਖ ਨਵਰ। ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਬਚਨਾਂ ਦਾ ਪੂਰਾ ਹੋਵੇ, ਆਪਣੇ ਬਚਨਾਂ ਦਾ ਸੂਰਮਾ ਬਣੇ। ਹਮੋ ਮਰਦ ਬਾਇਦ ਸ਼ਬਦ ਸੁਖਨ ਵਰ। ਸੁਖਨ ਕਹਿੰਦੇ ਨੇ ਗੱਲਬਾਤ, ਕਲਾਮ ਜਾਂ ਆਪਣਾ ਕੀਤਾ ਹੋਇਆ ਬਚਨ। ਜਦੋਂ ਵਰ ਨਾਲ ਲੱਗਿਆ ਤੇ ਬਚਨ ਕਰਨ ਵਾਲਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਦਾਨਸ਼ਵਰ, ਦਾਨਸ਼ ਦਾ ਜਿਹੜਾ ਅਰਥ ਹੁੰਦਾ ਉਹ ਹੁੰਦਾ ਸਿਆਣਪ, ਸੂਝ-ਬੂਝ, ਗਿਆਨ। ਤੇ ਜਿਹੜਾ ਗਿਆਨ ਰੱਖਣ ਵਾਲਾ ਹੈ ਉਸ ਨੂੰ ਕਹਿੰਦੇ ਨੇ ਦਾਨਸ਼ਵਰ। ਇਵੇਂ ਹੀ ਸ਼ਬਦ ਹੈ ਹਮਲਾਵਰ, ਹਮਲਾ ਹੱਲਾ ਬੋਲਣਾ, ਚੜਾਈ। ਪਰ ਜਦੋਂ ਵਰ ਨਾਲ ਲੱਗੇ ਆ ਤੇ ਬਣ ਗਿਆ ਹਮਲਾਵਰ, ਹਮਲਾ ਕਰਨ ਵਾਲਾ। ਇਵੇਂ ਹੀ ਸ਼ਬਦ ਹੈ ਤਾਕਤਵਰ, ਤਾਕਤ, ਬਲ, ਤਾਣ। ਪਰ ਜਿਹਦੇ ਕੋਲ ਤਾਕਤ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਤਾਕਤਵਰ। ਇਵੇਂ ਹੀ ਸ਼ਬਦ ਹੈ ਸੁਖਨਵਰ। ਸੁਖਨ ਮੀਨਸ ਗੱਲਬਾਤ, ਬਚਨ, ਕਲਾਮ। ਤੇ ਜਿਹੜਾ ਕਲਾਮ ਕਰਨ ਵਾਲਾ ਹੈ, ਬਚਨ ਕਰਨ ਵਾਲਾ ਹੈ, ਬਚਨ ਦਾ ਸੂਰਮਾ ਹੈ, ਉਸ ਨੂੰ ਕਹਿੰਦੇ ਨੇ ਸੁਖਨਵਰ। ਹਮੂ ਬਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਾਹਨੇ ਦਿਗਰ। ਕਹਿਣ ਲੱਗੇ ਜਿਹੜਾ ਮਰਦ ਆਪਣੇ ਬਚਨਾਂ ਦਾ ਸੂਰਮਾ ਹੁੰਦਾ ਹੈ ਨਾ, ਉਸ ਦੇ ਪੇਟ ਵਿੱਚ, ਮਨ ਵਿੱਚ ਵੀ ਉਹੀ ਗੱਲ ਹੁੰਦੀ ਹੈ ਜਿਹੜੀ ਉਹ ਮੁਖ ਦੇ ਨਾਲ ਆਖਦਾ ਹੈ। ਪਰ ਇਹ ਗਲਤ ਹੈ ਕਿ ਮਨ ਵਿੱਚ ਹੋਰ ਕੁਝ ਹੈ, ਮਨ ਵਿੱਚ ਕਪਟ ਹੈ ਤੇ ਮੁਖ ਦੇ ਨਾਲ ਬੜੇ ਮਿੱਠੇ ਬਚਨ ਕਰਦਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਨਾ, ਫਿਰ ਮਨ ਵਿੱਚ, ਤਨ ਵਿੱਚ ਤੇ ਮੁਖ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਹਰ ਦਿਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਮੁਖ ਹਰ ਬੋਲੀ। ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਪਰਮਾਤਮਾ ਨੇ ਕਿਰਪਾ ਕੀਤੀ। ਜਦੋਂ ਅਸੀਂ ਪਰਮਾਤਮਾ ਦੇ ਗੁਲਾਮ ਬਣੇ, ਪਰਮਾਤਮਾ ਦੇ ਸੇਵਕ ਬਣੇ, ਤਾਂ ਪਰਮਾਤਮਾ ਨੇ ਕਿਰਪਾ ਕਰਕੇ ਗੁਰਮੁਖ ਦੀ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ ਭੇਜ ਦਿੱਤਾ। ਤੇ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਮੈਂ ਨਾਮ ਦੇ ਰੰਗ ਵਿੱਚ ਰੰਗੀ ਗਈ, ਜਿਸ ਦੇ ਨਾਲ ਮੇਰੇ ਹਿਰਦੇ ਰੂਪੀ ਚੋਲੀ, ਮੇਰਾ ਹਿਰਦਾ ਜਿਹੜਾ ਹੈ ਪਰਮਾਤਮਾ ਦੇ ਨਾਮ ਰੰਗ ਵਿੱਚ ਭਿੱਜ ਗਿਆ। ਸਾਧ ਸੰਗਤ, ਜਦੋਂ ਇੱਕ ਵਾਰੀ ਨਾਮ ਬੰਦੇ ਨੂੰ ਚੜ ਜਾਏ ਨਾ, ਫਿਰ ਇਹ ਰੰਗ ਜਿਹੜਾ ਨਾ ਉਤਰਦਾ ਨਹੀਂ। ਜਦੋਂ ਬੰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਏ, ਫਿਰ ਕੋਈ ਤਾਕਤ ਨਹੀਂ, ਕੋਈ ਦੁੱਖ ਨਹੀਂ, ਕੋਈ ਵਿਪਤਾ ਨਹੀਂ, ਕਿਸੇ ਦੀ ਕੋਈ ਸ਼ਕਤੀ, ਕਿਸੇ ਦਾ ਕੋਈ ਕਸ਼ਟ, ਤਸੀਹਾ ਜਿਹੜਾ ਹੈ ਉਹ ਬੰਦੇ ਦੇ ਨਾਮ ਰੰਗ ਨੂੰ ਉਤਾਰ ਨਹੀਂ ਦੇ ਸਕਦਾ। ਮੈਂ ਬੇਨਤੀ ਕਰਾਂ, ਹਰਨਾਖਸ ਨੇ ਸੋਚਿਆ ਕਿ ਮੈਂ ਪ੍ਰਹਿਲਾਦ ਦਾ ਰੰਗ ਉਤਾਰ ਦੇਵਾਂ, ਪਰ ਗੁਰੂ ਪਿਆਰਿਓ ਉਹ ਰੰਗ ਉਤਰਿਆ ਨਹੀਂ, ਬਲਕਿ ਭਗਤ ਪ੍ਰਹਿਲਾਦ ਨੇ ਆਖ ਦਿੱਤਾ, ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਜਹਾਂਗੀਰ ਨੇ ਸੋਚਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਇਸ ਨਾਮ ਰੰਗ ਨੂੰ ਉਤਾਰ ਦੇਵਾਂ, ਤੱਤੀ ਤਵੀ ਤੇ ਬਿਠਾ ਦਿੱਤੇ। ਹੋਰ ਅਨੇਕ ਤਸ਼ੀਏ ਜਿਹੜੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਦਿੱਤੇ ਗਏ, ਪਰ ਗੁਰੂ ਪਿਆਰਿਓ ਇਹ ਨਾਮ ਦਾ ਰੰਗ ਜਿਹੜਾ ਇਹ ਨਹੀਂ ਜੇ ਉਤਰਿਆ। ਸਰੀਰ ਛਾਲੇ ਛਾਲੇ ਹੋ ਗਿਆ, ਪਰ ਨਾਮ ਦਾ ਰੰਗ ਨਹੀਂ ਜੇ ਉਤਰ ਸਕਿਆ। ਔਰੰਗਜ਼ੇਬ ਨੇ ਸੋਚਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਰੰਗ ਨੂੰ ਉਤਾਰ ਦੇਵਾਂ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਮੇਰੇ ਰੰਗ ਨੂੰ ਤਾਂ ਬਾਅਦ ਵਿੱਚ ਉਤਾਰੀ, ਜੇ ਪਹਿਲਾਂ ਮੇਰੇ ਸਿੱਖਾਂ ਦੇ ਰੰਗ ਨੂੰ ਉਤਾਰ ਲਏ ਤਾਂ ਮੈਂ ਦੇਖਾਂ। ਸਿੱਖਾਂ ਦਾ ਰੰਗ ਵੀ ਨਹੀਂ ਜੇ ਉਤਰ ਸਕਿਆ। ਔਰੰਗਜ਼ੇਬ ਨੇ ਸੋਚਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਨਾਮ ਰੰਗ ਨੂੰ ਉਤਾਰ ਦੇਵਾਂ, ਪਰ ਖਿਆਲ ਕਰਿਓ ਦੁਨੀਆ ਦੀ ਨਜ਼ਰ ਵਿੱਚ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੋਂ ਖੋਹ ਲਿਆ। ਅਨੰਦਪੁਰ ਸਾਹਿਬ ਦਾ ਕਿਲਾ ਖੋਹ ਲਿਆ, ਪਰਿਵਾਰ ਸ਼ਹੀਦ ਕਰਾ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਾਮ ਦਾ ਰੰਗ ਸੀ ਨਾ, ਉਸ ਨੂੰ ਨਹੀਂ ਜੇ ਉਤਾਰ ਸਕਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਲਿਖ ਵੀ ਦਿੱਤਾ, ਔਰੰਗਜ਼ੇਬ ਕੀ ਹੋਇਆ, ਤੂੰ ਦੁਨੀਆ ਦੀ ਨਜ਼ਰ ਵਿੱਚ ਮੇਰੇ ਕੋਲ ਕੁਝ ਨਹੀਂ ਜੇ ਰਹਿਣ ਦਿੱਤਾ। ਨਾ ਮੇਰੇ ਕੋਲ ਅਨੰਦਪੁਰ ਸਾਹਿਬ ਦਾ ਕਿਲਾ, ਨਾ ਮੇਰੇ ਕੋਲ ਮੇਰਾ ਪਰਿਵਾਰ, ਨਾ ਮੇਰੇ ਕੋਲ ਮੇਰੀ ਫੌਜ, ਨਾ ਕੋਈ ਜਾਇਦਾਦ, ਨਾ ਕੋਈ ਦੌਲਤ, ਪਰ ਇਸ ਨਾਮ ਦੇ ਰੰਗ ਦੀ ਜਿਹੜੀ ਮਸਤੀ ਹੈ ਨਾ, ਉਸ ਨੂੰ ਤੂੰ ਕਦੇ ਵੀ ਨਹੀਂ ਜੇ ਉਤਾਰ ਸਕਦਾ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜ਼ੋ, ਨਾ ਫਰਸ਼, ਖੁਦਾਵੰਤ ਬਖਸ਼ੰਦੇ ਐਸ਼ ਅਰਸ਼। ਜਿਸ ਨੂੰ ਪਰਮਾਤਮਾ ਨੇ ਇਹ ਐਸ਼ ਵਰਸ਼ ਦਿੱਤੀ, ਆਨੰਦ ਦੇ ਦਿੱਤਾ, ਕਿਰਪਾ ਕਰਕੇ ਗੁਰੂ ਪਿਆਰਿਓ, ਉਸ ਦੇ ਰੰਗ ਨੂੰ ਕੋਈ ਨਹੀਂ ਜੇ ਉਤਾਰ ਸਕਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਮੇਰਾ ਨਾਮ ਰੰਗ ਜਿਹੜਾ ਹੈ ਨਾ, ਹਿਰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ। ਔਰ ਜਦੋਂ ਰੰਗਿਆ ਜਾਂਦਾ ਹੈ ਨਾ, ਫਿਰ ਚਿਹਰੇ ਦੇ ਉੱਤੇ ਲਾਲੀ ਆ ਜਾਂਦੀ ਹੈ। ਫਿਰ ਦੂਜੇ ਪੁੱਛਦੇ ਨੇ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਤੁਮ ਹੀ ਸੁੰਦਰ ਤੁਮਹਿ ਸੁਹਾਗ, ਤੁਮ ਘਰ ਲਾਲਨ ਤੁਮ ਘਰ ਭਾਗ। ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰਗਿਆਨ। ਇਹ ਰੰਗ ਕਿੱਥੋਂ ਚੜ ਗਿਆ? ਫਿਰ ਜਿਹਦੇ ਉੱਤੇ ਰੰਗ ਚੜਦਾ ਹੈ ਨਾ, ਉਹ ਜਵਾਬ ਦਿੰਦੇ ਕਹਿੰਦੀ ਹੈ, ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਪਰਮਾਤਮਾ ਨੇ ਆਪਣੀ ਮਿਹਰ ਕਰਕੇ ਇਹ ਰੰਗ ਚਾੜ ਦਿੱਤਾ। ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ। ਪਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਰੰਗ ਜਿਹੜਾ ਮੈਨੂੰ ਚੜ੍ਹਿਆ ਹੈ। ਸੁਨਰੀ ਸਖੀ ਇਹ ਹਮਰੀ ਕਾਲ, ਇਹ ਮੇਰੀ ਮਿਹਨਤ ਨਹੀਂ। ਮਿਹਨਤ ਦੇ ਨਾਲ ਬੰਦਾ ਰੰਗ ਦੇ ਅੰਦਰ ਨਹੀਂ ਜੇ ਰੰਗਿਆ ਜਾਂਦਾ। ਜਦੋਂ ਪਰਮਾਤਮਾ ਮਿਹਰ ਕਰੇ ਤਾਂ ਬੰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੇ, ਆਪੇ ਹੀ ਰਾਵੇ। ਆਪਣੀ ਮਿਹਨਤ ਨਹੀਂ, ਪਰਮਾਤਮਾ ਦੀ ਮਿਹਰ ਹੈ। ਇਸ ਕਰਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮੇਰੀ ਸਿਆਣਪ ਕੰਮ ਨਹੀਂ ਜੇ ਆ ਸਕਦੀ, ਤੂੰ ਮਿਹਰ ਕਰੇਂਗਾ ਤਾਂ ਹੀ ਮੈਂ ਨਾਮ ਰੰਗ ਦੇ ਅੰਦਰ ਰੰਗਿਆ ਜਾ ਸਕਦਾ ਹਾਂ। ਅਗਲਾ ਪਦਾ, ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਢੰਡੋਲੀ। हे ਭਾਈ, ਆਪਣੇ ਹਿਰਦੇ ਦੇ ਅੰਦਰ ਪਰਖ ਕਰਕੇ ਵੇਖੋ, ਖੋਜ ਕਰਕੇ ਵੇਖੋ, ਵਿਚਾਰ ਕਰੋ। ਕੀ ਵਿਚਾਰ ਕਰੀਏ? ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ। ਪਰਮਾਤਮਾ ਸਾਰੇ ਜਗਤ ਵਿੱਚ ਵਸਦਾ ਹੈ। ਇਹ ਜਿਹੜਾ ਜਗਤ ਹੈ ਨਾ, ਇਹ ਪਰਮਾਤਮਾ ਦਾ ਰੂਪ ਹੈ। ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਤੇ ਹਰ ਜੀਵ ਕੋਲ ਪਰਮਾਤਮਾ ਨੇੜੇ ਹੈ। ਹਰ ਜੀਵ ਦੇ ਕੋਲ ਹੈ, ਕਿਤੇ ਦੂਰ ਨਹੀਂ ਜੇ। ਸਤਿਗੁਰ ਪਾਤਸ਼ਾਹ ਨੇ ਬਚਨ ਕੀਤੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਹੈ ਤੇ ਉਸ ਜੋਤ ਦੇ ਨਾਲ ਹੀ ਸਾਰਿਆਂ ਦੇ ਅੰਦਰ ਚਾਨਣ ਭਾਵ ਕਿ ਸਾਰਿਆਂ ਦੇ ਅੰਦਰ ਸੂਝ-ਬੂਝ ਪੈਦਾ ਹੁੰਦੀ ਪਈ ਹੈ। ਪਰ ਇਹ ਦ੍ਰਿੜਤਾ ਕਦੋਂ ਆਉਂਦੀ ਹੈ? ਗੁਰਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਇਹ ਵਿਸ਼ਵਾਸ ਆਉਂਦਾ ਹੈ, ਇਹ ਦ੍ਰਿੜਤਾ ਆਉਂਦੀ ਹੈ ਕਿ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਪਿਆ ਹੈ। ਤੇ ਜਦੋਂ ਵਿਸ਼ਵਾਸ ਬਣ ਜਾਂਦਾ ਹੈ ਨਾ, ਫਿਰ ਉਹ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਜੇ ਕਰਦਾ, ਕਿਸੇ ਨੂੰ ਉੱਚਾ ਜਾਂ ਕਿਸੇ ਨੂੰ ਨੀਵਾਂ ਨਹੀਂ ਜੇ ਸਮਝਦਾ। ਉਹ ਬਗੈਰ ਵਿਤਕਰੇ ਤੋਂ ਸਾਰਿਆਂ ਦੀ ਸੇਵਾ ਕਰਦਾ ਹੈ। ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖ ਨੂੰ ਵਾਰ-ਵਾਰ ਇਹ ਦ੍ਰਿੜ ਕਰਵਾਇਆ ਹੈ, ਇਹ ਵਿਸ਼ਵਾਸ ਦਿਵਾਇਆ ਹੈ ਕਿ ਭਾਈ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਪਰਮਾਤਮਾ ਸਾਰੇ ਸੰਸਾਰ ਦੇ ਅੰਦਰ ਵਸਦਾ ਪਿਆ ਹੈ। ਇਸ ਕਰਕੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਜੇ ਕਰਨਾ, ਸਾਰਿਆਂ ਦੀ ਸੇਵਾ ਕਰਨੀ ਹੈ। ਮੈਂ ਬੇਨਤੀ ਕਰਾਂ,
ਅੱਜ ਪੰਜਾਬ ਵਿੱਚ ਹਰਿਆਣੇ ਵਿੱਚ ਹੜ੍ਹ ਆਏ ਨੇ, ਕੋਈ ਸੇਵਾ ਵਾਸਤੇ ਅੱਗੇ ਨਹੀਂ ਜੇ ਤੁਰਿਆ। ਜਿਹੜੇ ਧਰਮ ਦੇ ਨਾਮ ਦੇ ਉੱਤੇ ਚਮਤਕਾਰ ਵਿਖਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਸਨ, ਕਿੱਥੇ ਨੇ ਉਹ? ਜਿਹੜੇ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਲੜਾਉਂਦੇ ਸਨ, ਕਿੱਥੇ ਨੇ? ਕੋਈ ਨਹੀਂ ਜੇ ਦਿਖਾਈ ਦੇ ਰਿਹਾ। ਪਰ ਗੁਰੂ ਕੇ ਸਿੱਖ ਸਭ ਤੋਂ ਅੱਗੇ ਨੇ ਸੇਵਾ ਵਿੱਚ, ਔਰ ਇਹ ਸੇਵਾ ਕਿਸੇ ਵਿਤਕਰੇ ਦੇ ਨਾਲ ਨਹੀਂ, ਬਗੈਰ ਵਿਤਕਰੇ ਤੋਂ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਪੀੜਤਾਂ ਦੀ ਸੇਵਾ ਕਰਦੇ ਪਏ ਨੇ। ਸਾਨੂੰ ਵੀ ਚਾਹੀਦਾ ਹੈ ਅਸੀਂ ਵੀ ਆਪਣੀ ਨੇਕ ਨੀਅਤ ਦੀ ਕਮਾਈ ਵਿੱਚੋਂ ਜਿੰਨਾ ਹੋ ਸਕੇ, ਜਿੰਨੀ ਆਪਣੀ ਸਮਰੱਥਾ ਉਹਨਾਂ ਵਾਸਤੇ ਦਸਵੰਤ ਕੱਢੀਏ, ਤਾਂ ਕਰਕੇ ਉਹਨਾਂ ਦੇ ਦੁੱਖ ਵਿੱਚ ਅਸੀਂ ਮਦਦ ਕਰ ਸਕੀਏ। ਅਗਲਾ ਪਦਾ ਹੈ, ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੁੱਲੀ। ਪਰਮਾਤਮਾ ਜਿਹੜਾ ਹੈ ਸਾਰੇ ਜਗਤ ਦੇ ਨੇੜੇ ਵਸਦਾ ਹੈ। ਅਪਰੰਪਰ, ਉਹ ਪਰੇ ਤੋਂ ਪਰੇ ਹੈ। ਪੁਰਖ, ਸਰਵ ਵਿਆਪਕ ਹੈ। ਅਤੁੱਲੀ, ਉਸ ਨੂੰ ਤੋਲਿਆ ਨਹੀਂ ਜੇ ਜਾ ਸਕਦਾ। ਦੁਨੀਆ ਦੀ ਹਰ ਇੱਕ ਚੀਜ਼ ਨੂੰ ਤੋਲਿਆ ਜਾ ਸਕਦਾ ਹੈ, ਪਰ ਪਰਮਾਤਮਾ ਦਾ ਵਜ਼ਨ ਨਹੀਂ ਜੇ ਤੋਲਿਆ ਜਾ ਸਕਦਾ। ਪਰਮਾਤਮਾ ਦੇ ਗੁਣਾਂ ਨੂੰ ਨਹੀਂ ਜੇ ਤੋਲਿਆ ਜਾ ਸਕਦਾ। ਉਹ ਸਰਵ ਵਿਆਪਕ ਹੈ, ਉਹ ਪਰੇ ਤੋਂ ਪਰੇ ਹੈ, ਉਹ ਸਾਰੇ ਜਗਤ ਦੇ ਨਿਕਟ ਵਸਦਾ ਹੈ, ਨੇੜੇ ਵਸਦਾ ਹੈ। ਪਰ ਪ੍ਰਗਟ ਕਿਵੇਂ ਹੁੰਦਾ ਹੈ? ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚਿਓ ਗੁਰ ਪਹਿ ਮੋਲੀ। ਕਦੋਂ ਪ੍ਰਗਟ ਹੁੰਦਾ ਹੈ ਜੀ? ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਅਸੀਂ ਆਪਣਾ ਸਿਰ ਗੁਰੂ ਨੂੰ ਮੁੱਲ ਵੇਚ ਦਿੰਦੇ ਹਾਂ। ਮੁੱਲ ਦਾ ਮਤਲਬ, ਜਦੋਂ ਅਸੀਂ ਕੋਈ ਕੀ ਚੀਜ਼, ਆਪਣੀ ਚੀਜ਼ ਕਿਸੇ ਨੂੰ ਮੁੱਲ ਵੇਚਦੇ ਹਾਂ ਨਾ, ਫਿਰ ਉਸ ਦੇ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਜੇ ਹੋ ਸਕਦਾ। ਉਸ ਦੇ ਉੱਤੇ ਅਸੀਂ ਆਪਣਾ ਅਧਿਕਾਰ ਨਹੀਂ ਜੇ ਜਮਾਉਂਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ, ਮੈਂ ਆਪਣਾ ਸਿਰ ਗੁਰੂ ਨੂੰ ਮੁੱਲ ਵੇਚ ਦਿੱਤਾ, ਭਾਵ ਕਿ ਆਪਣੀ ਮਤ ਜਿਹੜੀ ਹੈ ਉਹ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ। ਹੁਣ ਜਦੋਂ ਮਤ ਗੁਰੂ ਨੂੰ ਅਰਪਣ ਕਰ ਦਿੱਤੀ ਨਾ, ਹੁਣ ਇਹ ਮਤ ਮੇਰੀ ਨਹੀਂ ਰਹੀ, ਇਹ ਮਤ ਜਿਹੜੀ ਆ ਗੁਰੂ ਦੀ ਬਣ ਗਈ। ਹੁਣ ਗੁਰੂ ਦੀ ਮਤ ਦੇ ਰਾਹੀਂ ਮੈਂ ਤੁਰਦਾ ਹਾਂ, ਗੁਰੂ ਦੀ ਮਤ ਦੇ ਰਾਹੀਂ ਮੈਂ ਹੁਣ ਕਾਰ ਵਿਹਾਰ ਕਰਦਾ ਹਾਂ। ਇਸ ਕਰਕੇ ਮੈਨੂੰ ਸਾਰਿਆਂ ਦੇ ਅੰਦਰ ਪਰਮਾਤਮਾ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੁਮ ਵਡ ਪੁਰਖ ਵਡੋਲੀ। ਪਰਮਾਤਮਾ ਸਭਨੀ ਥਾਈ ਹੈ, ਅੰਤਰ ਬਾਹਰ, ਜੀਵ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਕੋਈ ਥਾਂ ਅਜਿਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਸਮਾਇਆ ਹੋਇਆ ਹੈ। ਪਰ ਪ੍ਰਗਟ ਕਦੋਂ ਹੁੰਦਾ ਹੈ? ਪਰਮਾਤਮਾ ਦੇ ਦਰਸ਼ਨ ਕਦੋਂ ਅਸੀਂ ਕਰ ਸਕਦੇ ਹਾਂ? ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਆਪਣੀ ਮਤ ਗੁਰੂ ਨੂੰ ਦੇ ਦਈਏ ਤੇ ਗੁਰੂ ਦੀ ਮਤ ਗ੍ਰਹਿਣ ਕਰ ਲਈਏ, ਤਾਂ ਫਿਰ ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ। ਕਿਉਂਕਿ ਆਪਣੀ ਮਤ ਜਦੋਂ ਤਿਆਗ ਦਿੱਤੀ ਨਾ, ਫਿਰ ਇਹ ਮਤ ਗੁਰੂ ਦੀ ਬਣ ਜਾਂਦੀ ਹੈ ਤੇ ਫਿਰ ਮਤ ਉੱਚੀ ਬਣਦੀ ਹੈ। ਮਨ ਨੀਵਾਂ ਹੋ ਜਾਂਦਾ ਹੈ ਤੇ ਮਤ ਉੱਚੀ ਬਣ ਜਾਂਦੀ ਹੈ। ਜਦੋਂ ਗੁਰੂ ਦੇ ਦਰ ਤੇ ਅਰਦਾਸ ਕਰੀਏ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਸੱਚੇ ਪਾਤਸ਼ਾਹ, ਮੇਰੀ ਮਤ ਤੁੱਛ ਹੈ, ਅਲਪ ਹੈ। ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਦ ਰਖਾਵੋ। ਫਿਰ ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ। ਫਿਰ ਤਾਂ ਬੰਦਾ ਕਹਿੰਦਾ ਹੈ, ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਏਕ ਧਿਆਈ। ਫਿਰ ਤਾਂ ਇਹ ਕਹਿੰਦਾ ਹੈ, ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਪਰਮਾਤਮਾ ਤੂੰ ਸਭਨੀ ਥਾਂ ਹੈ, ਕੋਈ ਥਾਂ ਅਜਿਹਾ ਨਹੀਂ ਜਿੱਥੇ ਤੇਰਾ ਵਾਸਾ ਨਾ ਹੋਵੇ। ਸੱਚੇ ਪਾਤਸ਼ਾਹ ਕਹਿੰਦੇ, ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੁੱਲੀ। ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚਿਓ ਗੁਰ ਪੈ ਮੋਲੀ। ਜਦੋਂ ਗੁਰੂ ਨੂੰ ਸਿਰ ਵੇਚ ਦਿੱਤਾ, ਪਰਮਾਤਮਾ ਫਿਰ ਹਾਜ਼ਰ ਨਾਜ਼ਰ ਨਜ਼ਰ ਆ ਗਿਆ। ਹਰ ਜੀ ਅੰਤਰ ਬਾਹਰ ਤੁਮ ਸ਼ਰਣਾਗਤ। ਪਰਮਾਤਮਾ, ਤੁਸੀਂ ਜੀਵ ਦੇ ਅੰਦਰ ਵੀ ਹੋ, ਬਾਹਰ ਵੀ ਹੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤੁਮ ਵਡ ਪੁਰਖ ਵਡੋਲੀ, ਤੁਸੀਂ ਸਰਵ ਵਿਆਪਕ ਹੋ, ਤੁਸੀਂ ਹੀ ਮੇਰੇ ਮਾਲਕ ਹੋ। ਜਿਹੜਾ ਮਾਲਕ ਸਭ ਤੋਂ ਵੱਡਾ ਹੈ, ਜਿਸ ਤੋਂ ਵੱਡਾ ਦੁਨੀਆ ਦੇ ਅੰਦਰ ਕੋਈ ਨਹੀਂ। ਜਨ ਨਾਨਕ ਅਨ ਦਿਨ ਹਰ ਗੁਣ ਗਾਵੇ,
ਮਿਲ ਸਤਿਗੁਰ ਗੁਰ ਵੇਚੋਲੀ। ਅਖੀਰਲੀ ਤੁਕ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਗੁਰੂ ਨੂੰ ਵਿਚੋਲਾ ਬਣਾ ਕਰਕੇ, ਭਾਵ ਕਿ ਗੁਰੂ ਦੀ ਸ਼ਰਨ ਵਿੱਚ ਪੈ ਕਰਕੇ, ਗੁਰੂ ਦੀ ਮੱਤ ਧਾਰਨ ਕਰਕੇ ਮੈਂ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਕਿਉਂਕਿ ਜੀਵਨ ਪ੍ਰਾਪਤ ਹੋਇਆ ਗੁਣ ਗਾਉਣ ਵਾਸਤੇ, ਜੀਵਨ ਮਿਲਿਆ ਅਸੀਂ ਪਰਮਾਤਮਾ ਦੇ ਗੁਣ ਗਾਈਏ, ਕਿਉਂਕਿ ਗੁਣ ਗਾਵਾਂਗੇ ਤੇ ਜੀਵਨ ਸਫਲਾ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਦੋਂ ਸ਼ਲੋਕਾਂ ਦੀ ਸ਼ੁਰੂਆਤ ਕੀਤੀ ਤੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜਮਨਾ, ਜਿਹ ਬਿਦ ਜਲ ਕੋ ਮੀਨ। ਸਜਣਾ ਪਰਮਾਤਮਾ ਦੇ ਗੁਣ ਗਾ, ਪ੍ਰੀਤ ਜੋੜ ਕੇ ਗਾ, ਲਿਵ ਜੋੜ ਕਰਕੇ ਗਾ। ਜਿਵੇਂ ਇੱਕ ਮੱਛੀ ਪਾਣੀ ਦੇ ਨਾਲ ਪ੍ਰੀਤ ਜੋੜਦੀ ਹੈ, ਤੂੰ ਵੀ ਪਰਮਾਤਮਾ ਦੇ ਨਾਲ ਲਿਵ ਜੋੜ। ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਬੈਠੇ ਹਾਂ। ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਰੋ ਕਿਰਪਾ ਕਰੁਣਾ ਪਤੇ, ਤੇਰੇ ਹਰ ਗੁਣ ਗਾਉ, ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਉ। ਕਰੀਏ ਅਰਦਾਸ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਹੋਈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਮੁਆਫੀ ਮੰਗਦਾ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।